ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਟਾਈਮ ਦੇ ਰਾਤ ਦੇ ਕਰੀਬ 10 ਵਜੇ ਵਾਲੇ ਨੇ ਤੇ ਤੁਸੀਂ ਮੇਰੇ ਇੰਤਜ਼ਾਰ ਵਿੱਚ ਇੱਥੇ ਬੈਠੇ ਹੋ ਤੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਤੇ ਮੈਂ ਵੀ ਇੱਥੇ ਹੁਣ ਤੁਹਾਨੂੰ ਪਤਾ ਕਿ ਦੱਸਣਾ ਚਾਹਾਂਗਾ ਕਿ ਸਵੇਰੇ ਮੈਂ ਗੰਗਾ ਨਗਰ ਨਵਰੀਤ ਸਿੰਘ ਦੀ ਯਾਦ ਵਿੱਚ ਗੰਗਾ ਨਗਰ ਦੇ ਜਿਹੜੇ ਉੱਥੇ ਵਸਨੀਕ ਨੇ ਮਤਲਬ ਕਿ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਵੱਲੋਂ ਜਿਹੜਾ ਕਿਉਂਕਿ ਸਰਦਾਰ ਹਰਦੀਪ ਸਿੰਘ ਜੀ ਡਿਬਡਬਾ ਉਹ ਜਿੱਥੇ ਰੁਦਰਪੁਰ ਰਹਿ ਰਹੇ ਨੇ ਉਹਨਾਂ ਦਾ ਗੰਗਾ ਨਗਰ ਦੇ ਨਾਲ ਵੀ ਬਹੁਤ ਸਾਰਾ ਲਗਾਵ ਹੈ ਤੇ ਇੱਥੇ ਵੀ ਰਹਿ ਕੇ ਗਏ ਨੇ ਤੇ ਉੱਥੇ ਉਹਨਾਂ ਦੀ ਸਵੇਰੇ ਯਾਦ ਵਿੱਚ ਉੱਥੇ ਸਮਾਗਮ ਹੈ ਤੇ ਮੈਂ ਉੱਥੇ ਪਹੁੰਚ ਰਿਹਾ, ਹਾਜ਼ਰੀ ਲਵਾਉਣ ਵਾਸਤੇ ਜਾ ਰਿਹਾ। ਮੈਂ ਵੀ ਜਾ ਰਿਹਾ ਔਰ ਨਾਲ ਮੇਰੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹ ਵੀ ਉੱਥੇ ਜਾ ਰਹੇ ਨੇ, ਅਸੀਂ ਸਾਰੇ ਉੱਥੇ ਜਾ ਰਹੇ ਹਾਂ ਤੇ ਇਸ ਕਰਕੇ ਮੈਂ ਹੁਣ ਉੱਥੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ। ਇਸ ਮੂਵਮੈਂਟ ਦੇ ਵਿੱਚ ਜੇ ਯੂਥ ਦੀ ਗੱਲ ਕਰੀਏ ਔਰ ਨਵਰੀਤ ਦੀ ਜਿਸ ਤਰ੍ਹਾਂ ਇਹਦੇ ਵਿੱਚ ਮੌਤ ਹੁੰਦੀ ਹੈ ਔਰ ਯੂਥ ਲਗਾਤਾਰ ਇਹ ਮੰਗ ਕਰ ਰਿਹਾ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਔਰ ਅੱਜ ਵੀ ਕੋਈ ਗੱਲ ਹੋ ਰਹੀ ਸੀ ਕਿਤੇ ਕਿ ਉਹ ਕੀ ਤੁਹਾਡਾ ਜਿਹੜਾ ਸੰਯੁਕਤ ਮੋਰਚੇ ਦੇ ਬਾਰੇ ਕੀ ਸਟੈਂਡ ਆਉਂਦਾ ਹੈ? ਬਿਲਕੁਲ ਜੀ, ਸਪਸ਼ਟ ਤੌਰ 'ਤੇ ਮੈਂ ਬੇਨਤੀ ਕਰਾਂਗਾ ਕਿ ਵੈਸੇ ਤਾਂ ਸਾਡੇ ਜਿਹੜੇ ਨੇ ਹੁਣ ਤੱਕ ਦੇ ਜਿਹੜੇ ਨੇ ਉਹ 250 ਤੋਂ ਵੱਧ ਜਿਹੜੇ ਨੇ ਸਾਡੇ ਇਸ ਘੋਲ ਦੇ ਵਿੱਚ ਸੰਘਰਸ਼ ਘਰ ਦੇ ਵਿੱਚ ਜਦੋਂ ਤੋਂ ਅਸੀਂ 26 ਨਵੰਬਰ ਤੋਂ ਲੈ ਕੇ ਵੈਸੇ ਤਾਂ ਮੈਂ 25 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੇ ਅਸੀਂ ਚੱਲ ਪਏ ਸੀ ਤੇ 26 ਨਵੰਬਰ ਤੋਂ ਲੈ ਕੇ ਹੁਣ ਤੱਕ 225 ਤੋਂ ਵੱਧ ਜਿਹੜੇ ਸਾਡੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ। ਉਹ ਚਾਹੇ ਐਕਸੀਡੈਂਟ ਨਾਲ ਹੋਇਆ, ਜਿਸ ਤਰ੍ਹਾਂ ਕਿ ਇੱਕ 17 ਸਾਲ ਦਾ ਬੱਚਾ ਜਿਹੜਾ ਹੈ ਉਹ ਇਕਲੌਤਾ ਪੁੱਤਰ ਸੀ ਤੇ ਉਹ ਐਕਸੀਡੈਂਟ ਦੇ ਨਾਲ ਉਹਦੀ ਮੌਤ ਹੋਈ। ਇਸੇ ਤਰ੍ਹਾਂ ਕੁਝ ਐਕਸੀਡੈਂਟਾਂ ਨਾਲ ਇੱਕ ਬੀਬੀ ਸੀ ਸਾਡੀ ਸਲੂਕਾ 'ਚ, ਉਹਦੀ ਵੀ ਐਕਸੀਡੈਂਟ ਨਾਲ, ਕੁਝ ਜਿਹੜੇ ਸੀ ਉਹ ਕਿਸੇ ਦੀ ਹਾਰਟ ਅਟੈਕ ਨਾਲ ਹੋਈ, ਕਿਸੇ ਨੇ ਸੁਸਾਈਡ ਵੀ ਕੀਤਾ। ਤੁਹਾਡੇ ਸਾਹਮਣੇ ਬਾਬਾ ਰਾਮ ਸਿੰਘ ਜੀ ਜਿਹੜੇ ਸੀ ਉਹਨਾਂ ਨੇ ਵੀ ਸੁਸਾਈਡ ਕੀਤਾ, ਉਹ ਦੁੱਖ ਨੂੰ ਨਾ ਸਹਾਰ ਸਕੇ। ਇਸੇ ਤਰ੍ਹਾਂ ਇੱਕ ਤੁਹਾਨੂੰ ਪਤਾ ਹੈ ਕਿ ਬਹੁਤ ਪੜ੍ਹੇ ਲਿਖੇ ਹੁਣ ਜਿਹੜਾ ਐਡਵੋਕੇਟ ਨੇ ਤੇ ਉਹ ਵੀ ਤਾਂ ਇੱਕ ਬੁੱਧੀਜੀਵੀ ਵਰਗ ਚਾਹੁੰਦੇ ਨੇ ਪਰ ਉਹ ਦੁੱਖ ਨਹੀਂ ਸਹਾਰ ਸਕੇ ਤੇ ਉਹਨਾਂ ਨੇ ਵੀ ਸੁਸਾਈਡ ਕੀਤਾ। ਇਸ ਤਰ੍ਹਾਂ ਸਾਡੇ 225 ਪਰ 26 ਜਨਵਰੀ ਨੂੰ ਜੋ ਨਵਰੀਤ ਸਿੰਘ ਦੀ ਜਿਹੜੀ ਸ਼ਹਾਦਤ ਹੋਈ ਹੈ ਉਹ ਪੁਲਿਸ ਦੀ ਗੋਲੀ ਨਾਲ ਹੋਈ। ਇਸ ਕਰਕੇ ਉਹ ਜਿਹੜੀ ਸ਼ਹਾਦਤ ਹੈ ਤੇ ਉਹ ਇੱਕ ਅਹਿਮ ਹੈ ਤੇ ਉਹਦੇ ਵਿੱਚ ਜਿਹੜਾ ਅਸੀਂ ਉਹਨੂੰ ਸ਼ਹੀਦ ਦਾ ਦਰਜਾ ਜਿਹੜਾ ਉਹਨੂੰ ਐਲਾਨ ਚੁੱਕੇ ਔਰ ਅੱਜ ਵੀ ਸਾਡੇ ਕੋਲ ਉੱਥੇ ਬੱਚੇ ਜਿਹੜੇ ਸੀ, ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਬੱਚੇ ਜਿਹੜੇ ਸੀ ਉੱਥੋਂ ਟੀਡੀ ਮਾਲ ਇੱਕ ਪਿੱਛੇ ਪੈ ਜਾਂਦਾ ਸਾਡੇ ਸਿੰਘੂ ਬਾਰਡਰ ਦੇ ਤੇ ਉੱਥੋਂ ਚੱਲ ਕੇ ਤੇ ਸਾਡੀ ਸਟੇਜ ਤੱਕ ਆਏ ਤੇ ਉਹਨਾਂ ਦੇ ਨਾਲ ਮੈਂ ਕਈ ਦਿਨਾਂ ਤੋਂ ਰਾਬਤੇ ਵਿੱਚ ਸਾਂ ਤੇ ਅੱਜ ਉਹ ਜਦੋਂ ਉੱਥੇ ਆਏ ਨੇ ਤੇ ਉਹਨਾਂ ਦਾ ਪੂਰਾ ਮਾਨ ਸਨਮਾਨ ਕੀਤਾ ਤੇ ਉਹਨਾਂ ਨੇ ਜਿਹੜੀਆਂ 2-3 ਉਹਨਾਂ ਨੇ ਸੁਲਝਾ ਰੱਖੀ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਤਾਂ ਨਵਰੀਤ ਸਿੰਘ ਨੂੰ ਜਿਹੜਾ ਉਹਦੇ ਸੰਬੰਧ ਵਿੱਚ ਇੱਥੇ ਕੋਈ ਸਮਾਗਮ ਕਰਾਇਆ ਜਾਵੇ। ਅਸੀਂ ਕਹਿੰਦਾ ਵੀ ਠੀਕ ਹੋ ਗਿਆ। ਦੂਸਰੀ ਉਹਨਾਂ ਦੀ ਇੱਕ ਹੋਰ ਉਹਨਾਂ ਦਾ ਸੁਝਾਅ ਸੀ ਕਿ ਜਿਹੜੇ ਬੰਦੇ ਮਤਲਬ ਕਿ ਹੁਣ ਤੱਕ ਦਿੱਲੀ ਦੇ ਵਿੱਚ ਜਿਹੜੇ 26 ਜਨਵਰੀ ਨੂੰ ਪਰਚੇ ਹੋਏ ਨੇ ਉਹ ਗਲਤ ਹੋਏ ਨੇ ਕਿਉਂਕਿ ਸਰਕਾਰ ਨੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਸੀ ਕਿਲੇ ਦੇ ਦਰਵਾਜ਼ੇ ਜਿਹੜੇ ਸੀ ਉਹ ਖੋਲ੍ਹੇ ਔਰ ਆਪ ਸਾਰਾ ਇਹ ਇੱਕ ਪਲਾਨ ਬਣਾ ਕੇ ਤੇ ਉਹਨਾਂ ਨੇ ਪਹਿਲਾਂ ਹੀ ਜਿਹੜੇ ਸੀ 25 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੇ ਤੇ ਬੰਦੇ ਅੰਦਰ ਜਿਹੜੇ ਸੀ ਉਹ ਕਿਲੇ ਕਰਤੇ ਸੀ। ਹੁਣ ਇਹ ਪਹਿਲਾਂ ਰੌਲਾ ਵੀ ਇਸ ਚੀਜ਼ ਦਾ ਪੈ ਰਿਹਾ ਸੀ, ਕੋਈ ਕੁਝ ਕਹਿ ਰਿਹਾ ਸੀ, ਕੁਝ ਰਹਿ ਰਿਹਾ ਤੇ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਲਾਲ ਕਿਲੇ ਦੀ ਜਿਹੜੇ ਸੀ ਉਹ ਦਰਵਾਜ਼ੇ ਆਮ ਤੁਹਾਨੂੰ ਪਤਾ ਕਿ ਕਿਤੇ ਵੀ ਇਹਨਾਂ ਨੇ ਇਸ ਤਰ੍ਹਾਂ ਦੇ 15 ਅਗਸਤ ਤੇ 26 ਜਨਵਰੀ 2 ਫੰਕਸ਼ਨ ਇਹ ਕਰਨੇ ਹੋਣ ਤੇ ਉਸ ਟਾਈਮ ਤੇ ਇਹਨਾਂ ਨੇ ਪੂਰੀ ਆਪਣੀ ਫੋਰਸ ਜਿਹੜੀ ਉੱਤੇ ਲਾਈ ਹੁੰਦੀ ਆ ਤੇ ਕੋਈ ਕਿਸੇ ਕਿਸਮ ਦਾ ਉੱਥੇ ਜਿਹੜੀ ਆ ਹਰ ਤਰ੍ਹਾਂ ਦੀ ਇਹ ਨਿਗਰਾਨੀ ਰੱਖਦੇ ਆ ਤੇ ਫਿਰ ਉਸ 26 ਜਨਵਰੀ ਨੂੰ ਲਾਲ ਕਿਲੇ ਦੇ ਦਰਵਾਜ਼ੇ ਕਿਉਂ ਖੋਲ੍ਹੇ ਤੇ ਫਿਰ ਪੁਲਿਸ ਜਿਹੜੀ ਆ ਉਹ ਆਰਾਮ ਨਾਲ ਜਦੋਂ ਉੱਥੇ ਸਭ ਕੁਝ ਹੋ ਰਿਹਾ ਤੇ ਉਹ ਬੈਠੀ ਹੋਈ ਆ। ਇਹ ਸਿਰਫ ਇੱਕ ਘਟਨਾਕ੍ਰਮ ਹੈ ਤੇ ਉਹਨਾਂ ਦੀ ਇਹ ਮੰਗ ਸੀ ਕਿ ਇਹ ਸਾਰਾ ਸਰਕਾਰ ਨੇ ਆਪ ਕੀਤਾ ਤੇ ਉਹਨਾਂ ਦੇ ਖਿਲਾਫ ਜਿਹੜਾ ਇਹ ਪਰਚਾ ਕਰਨ ਵਾਸਤੇ ਜਿਹੜਾ ਵੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਕਿਸਾਨਾਂ ਦੇ। ਸੋ 26 ਜਨਵਰੀ ਨੂੰ ਜਿੰਨੇ ਵੀ ਕਿਸਾਨਾਂ ਦੇ ਖਿਲਾਫ ਪਰਚੇ ਹੋਏ ਨੇ ਉਹ ਰੱਦ ਹੋਣੇ ਚਾਹੀਦੇ ਆ। ਇੱਕ ਉਹ ਬੱਚਿਆਂ ਵੱਲੋਂ ਸੁਝਾਅ ਸੀ ਜਿਹੜਾ ਯੂਥ ਵਿੱਚ ਜਿਹੜੀ એનર્ਜੀ ਸੀ ਜਿਹੜੀ 26 ਤਰੀਕ ਤੱਕ ਉਹ ਲੱਗਦਾ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਸੰਯੁਕਤ ਮੋਰਚੇ ਨੇ ਇੱਕ ਤਰ੍ਹਾਂ ਡਿਸਪਲਿਨਰੀ ਐਕਸ਼ਨ ਉਹਨਾਂ ਦੇ ਲਿਆ ਉਹ ਲੱਗਦਾ ਕਿ ਉਹਦੇ ਵਿੱਚ ਘਾਟ ਜਿਸ ਤਰ੍ਹਾਂ ਆਈ ਹੋ ਜਿਹੜੇ ਉਹ ਤਿੱਖਾਪਨ ਸੀ ਉਹ ਸ਼ਾਇਦ ਘਟਿਆ ਹੋਵੇ। ਕੀ ਸਮਝਦੇ? ਦੇਖੋ ਗੱਲ ਇਹ ਹੈ ਕਿ ਇਸ ਗੱਲ ਨੂੰ ਆਪਾਂ ਸਾਰੇ ਸਮਝਦੇ ਹਾਂ ਕਿ ਯੂਥ ਨੂੰ ਥੋੜ੍ਹਾ ਜਿਸ ਤਰ੍ਹਾਂ ਯੂਥ ਜਿਹੜਾ ਹੈ ਉਹਦੇ ਵਿੱਚ ਜੋਸ਼ ਜਿਹੜਾ ਹੈ ਉਹ ਬਹੁਤ ਹੁੰਦਾ ਉਹਨਾਂ ਨੇ ਔਰ ਵਿਖਾਇਆ ਵੀ ਆ ਔਰ ਕੀਤਾ ਵੀ ਆ ਪਰ ਸਭ ਤੋਂ ਵੱਡੀ ਗੱਲ ਉਹ ਜਾਬਤੇ 'ਚ ਰਹੇ। 2 ਮਹੀਨੇ ਅਸੀਂ ਰੇਲਵੇ ਟਰੈਕਾਂ 'ਤੇ ਰਹੇ,
ਪੰਜਾਬ ਦੇ ਵਿੱਚ ਤੇ ਕਿਸੇ ਨੂੰ ਪੱਥਰ ਤੱਕ ਹੀ ਫੁੱਲ ਤੱਕ ਨਹੀਂ ਮਾਰਿਆ। ਫਿਰ ਅੱਜ ਤੁਸੀਂ ਇਹ ਵੇਖੋ ਕਿ 3 ਮਹੀਨੇ ਜਿਹੜੇ ਨੇ ਇੱਥੇ ਜਿਹੜਾ ਦਿੱਲੀ ਦੇ 4 ਸਪੇਰੇ ਜਿਹੜੇ ਬਾਰਡਰ ਨੇ, ਚਾਹੇ ਉਹ ਸਿੰਘੂ ਬਾਰਡਰ ਹੈ, ਟਿਕਰੀ ਬਾਰਡਰ ਹੈ, ਫਿਰ ਗਾਜੀਪੁਰ ਬਾਰਡਰ ਹੈ, ਸ਼ਾਹਜਹਾਂਪੁਰ ਬਾਰਡਰ ਹੈ, ਇਹ ਜਿੰਨੇ ਵੀ ਬਾਰਡਰਾਂ ਦੇ ਉੱਤੇ ਸਾਡੇ ਉੱਤੇ ਕਿਸਾਨ ਬੈਠੇ ਨੇ, ਅੱਜ ਤੱਕ ਕਿਸੇ ਨੂੰ ਕੋਈ ਫੁੱਲ ਤੱਕ ਨਹੀਂ ਮਾਰਿਆ ਔਰ ਕੋਈ ਹਿੰਸਾ ਨਹੀਂ। ਅਸੀਂ ਸ਼ਾਂਤਮਈ ਸੰਘਰਸ਼ ਸ਼ੁਰੂ ਕੀਤਾ ਸੀ, ਸ਼ਾਂਤਮਈ ਸਾਡਾ ਚੱਲ ਰਿਹਾ, ਤਾਂ ਹੀ ਮਤਲਬ ਕਿ ਇਹ ਜਿਹੜਾ ਇਸ ਸਟੇਜ ਤੇ ਜਿਹੜਾ ਉਹ ਪਹੁੰਚਾ ਹੈ। ਲੇਕਿਨ ਸਰਕਾਰ ਵੱਲੋਂ ਸਮੇਂ-ਸਮੇਂ ਕਿਸ ਤਰ੍ਹਾਂ ਦੇ ਹੱਥ ਕੰਡੇ ਇਸ ਸੰਘਰਸ਼ ਨੂੰ ਫੇਲ ਕਰਨ ਵਾਸਤੇ ਉਹਨਾਂ ਨੇ ਕੀ ਕੋਈ ਕੀਤਾ, ਉਹ ਤੁਹਾਡੇ ਸਾਹਮਣੇ ਹੈ, ਜਿਹਦੇ ਸਬੂਤ ਨੇ ਕਿ 2 ਦਸੰਬਰ ਦੀ ਰਾਤ ਨੂੰ ਮੇਰੇ ਵੱਲੋਂ ਜਦੋਂ ਕੁਝ ਲੜਕੇ ਫੜੇ ਗਏ, ਲੜਕੀਆਂ ਵੀ ਫੜੀਆਂ ਗਈਆਂ, ਜਿਹੜੇ ਇੱਕ ਸ਼ਰਾਰਤੀ ਅਨਸਰ ਸਨ, ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਫੇਲ ਕਰਨ ਵਾਸਤੇ ਸਰਕਾਰ ਦੀਆਂ ਹਦਾਇਤਾਂ ਤੇ ਉਹਨਾਂ ਨੇ ਕੰਮ ਕਰਨਾ ਸੀ, ਉਹਨਾਂ ਨੂੰ ਫੜਾਇਆ। ਉਸ ਤੋਂ ਬਾਅਦ ਕਿੰਨੇ ਫੜਾਏ, ਇੱਕ FIR ਵੀ 652 ਨੰਬਰ FIR ਜਿਹੜੀ ਆ ਉਹ ਵੀ ਦਰਜ ਹੈ, ਜਿਹੜੀ ਕਿ ਉੱਥੇ ਥਾਣਾ ਕੁੰਡਲੀ ਦੇ ਵਿੱਚ ਹੈ। ਤੇ ਇਸ ਤਰ੍ਹਾਂ ਦੇ ਸਾਰਾ ਜਿਹੜਾ ਉਹ ਸਰਕਾਰ ਜਿਹੜੀ ਸੀ ਉਹਨੂੰ ਫੇਲ ਕਰਨਾ ਚਾਹੁੰਦੀ ਸੀ। ਲੇਕਿਨ ਨੌਜਵਾਨ ਜਿਹੜੇ ਨੇ ਇਹ 26 ਜਨਵਰੀ ਦਾ ਜਿਹੜਾ ਘਟਨਾਕ੍ਰਮ ਵਾਪਰਿਆ, ਉਹਦੇ ਤੋਂ ਬਾਅਦ ਜਿਹੜਾ ਸੀ ਉਹ ਮਾਪਿਆਂ ਦੇ ਵੀ ਤੇ ਸਾਰਿਆਂ ਦੇ ਉਹਦੇ ਵਿੱਚ ਮੈਂ ਇਹ ਵੀ ਕਹਾਂਗਾ ਕਿ ਸਾਡੇ ਵੱਲੋਂ ਵੀ ਕੁਝ ਜਿਹੜੀਆਂ ਸੀ ਉਹ ਗੱਲਾਂ ਇਸ ਤਰ੍ਹਾਂ ਦੀਆਂ ਹੋਈਆਂ ਜਿਹੜੀਆਂ ਕਿ ਨਹੀਂ ਸੀ ਹੋਣੀਆਂ ਚਾਹੀਦੀਆਂ, ਤੇ ਉਹਦੇ ਵਿੱਚ ਸਾਰਿਆਂ ਦਾ ਹੀ ਸਾਡਾ ਜਿਹੜਾ ਸੀ ਇਸ ਤਰ੍ਹਾਂ ਦਾ ਤਾਲਮੇਲ ਆਪਸ ਵਿੱਚ ਜਿਹੜਾ ਸੀ ਉਹ ਨਾ ਬਣ ਸਕਿਆ। ਲੇਕਿਨ ਸਰਕਾਰ ਇਹ ਚਾਹੁੰਦੀ ਸੀ ਕਿ ਇਹ ਜਿਹੜਾ ਸੰਘਰਸ਼ ਹੈ ਇਹਨੂੰ ਕਿਸੇ ਤਰੀਕੇ ਨਾਲ ਵੀ ਫੇਲ ਕੀਤਾ ਜਾਏ। ਲੇਕਿਨ 28 ਤਰੀਕ 27 ਦਾ ਦਿਨ ਲੰਘਿਆ ਤੇ 28 ਤਰੀਕ ਦੀ ਰਾਤ ਨੂੰ ਜੋ ਉਸ ਟਾਈਮ ਦੇ ਉੱਤੇ ਇਹ ਗੱਲ ਕਹਿਣ ਤੋਂ ਮੈਂ ਗਰੇਜ ਨਹੀਂ ਕਰਾਂਗਾ, ਕੋਈ ਬੰਦੇ ਹੁੰਦੇ ਨੇ ਕਿ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ, ਲੇਕਿਨ ਉਸ ਦਿਨ ਰਾਤ ਨੂੰ ਟਕੈਤ ਸਾਹਿਬ ਨੇ ਜਿਹੜੀ ਅਪੀਲ ਕੀਤੀ ਆ ਉਹਦਾ ਬਹੁਤ ਵਧੀਆ ਅਸਰ ਗਿਆ ਔਰ ਹਰਿਆਣਾ ਤੇ ਯੂਪੀ ਤੇ ਰਾਜਸਥਾਨ ਇੱਕਦਮ ਲੋਕ ਜਿਹੜੇ ਸੀ ਉਹ ਟਰਾਲੀਆਂ ਦੇ ਉੱਤੇ ਜਿਹੜੇ ਸੀ ਉਹ ਆਉਣੇ ਸ਼ੁਰੂ ਹੋ ਗਏ। ਤੇ ਅੱਜ ਜਿਹੜਾ ਸੰਘਰਸ਼ ਹੈ ਸਾਡਾ ਉਹ ਫਿਰ ਉਸੇ ਤੇ ਇੱਕ ਗੱਲ ਇਹ ਤੁਹਾਡੀ ਇੱਕ ਦੱਸਣ ਵਾਲੀ ਹੈ ਕਿ ਜਿਹੜੇ 26 ਜਨਵਰੀ ਤੱਕ ਲੋਕ ਆ ਰਹੇ ਸੀ ਨਾ, ਉਹ ਇੱਕ ਕਿਸਮ ਦਾ ਇਸ ਤਰ੍ਹਾਂ ਆ ਰਹੇ ਸੀ ਵੀ ਜਿਵੇਂ ਇੱਕ ਕੋਈ ਤੀਰਥ ਦੇ ਉੱਤੇ ਜਾ ਰਹੇ। ਉਹ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਬੜੇ ਸੁਭਾਗੀ ਹਾਂ। ਇਸ ਤਰ੍ਹਾਂ ਵੀ ਇਕੱਠ ਹੋਣ ਦਾ ਜਿਹੜਾ ਵੱਧ ਇਕੱਠ ਸੀ ਇਹਦਾ ਵੀ ਕਾਰਨ ਸੀ। ਲੇਕਿਨ ਜਿਹੜੇ ਹੁਣ ਉੱਥੇ ਆ ਰਹੇ ਨੇ ਉਹ ਦ੍ਰਿੜ ਇਰਾਦੇ ਨਾਲ ਤੇ ਇਹਨਾਂ ਤਿੰਨਾਂ ਜਿਹੜੇ ਖੇਤੀ ਵਿਰੋਧੀ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਉਣ ਲਈ, MSP ਪੂਰੇ ਭਾਰਤ 'ਚ ਲਾਗੂ ਕਰਾਉਣ ਲਈ ਉਹ ਇਸ ਹਿਸਾਬ ਨਾਲ ਆ ਰਹੇ ਨੇ ਤੇ ਬਹੁਤ ਗਿਣਤੀ ਵਿੱਚ ਆ ਰਹੇ ਨੇ। ਅੱਜ ਵੀ ਨੌਜਵਾਨਾਂ ਦਾ ਜਿਹੜਾ ਕਾਫਲਾ ਸੀ ਬਹੁਤ ਗਿਣਤੀ ਵਿੱਚ ਉੱਥੇ ਸਾਡੇ ਕੋਲ ਸਟੇਜ ਤੇ ਪਹੁੰਚਾ, ਜਿਨ੍ਹਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਗਿਆ ਔਰ ਉਹਨਾਂ ਨੂੰ ਟਾਈਮ ਵੀ ਉੱਥੇ ਦਿੱਤਾ ਗਿਆ। ਸੋ ਇਸ ਟਾਈਮ ਤੇ ਸੰਘਰਸ਼ ਜਿਹੜਾ ਸਾਡਾ ਬਿਲਕੁਲ ਸ਼ਾਂਤਮਈ ਅਤੇ ਪੀਸਫੁਲ, ਮਤਲਬ ਕਿ ਬਹੁਤ ਉੱਚੀਆਂ ਸਿਖਰਾਂ ਨੂੰ ਫਿਰ ਜਿਹੜਾ ਉਹ ਦੁਬਾਰਾ ਉਤਰਨ ਜਾ। ਦੇਵ ਜੀ, ਸਰਕਾਰ ਨੇ ਕਈ ਦਿਨ ਹੋ ਗਏ ਹੁਣ ਬਾਤਚੀਤ ਨਹੀਂ ਕੀਤੀ ਕਿਸਾਨ ਸੰਗਠਨ ਤਾਂ ਬਾਤਚੀਤ ਲਈ ਕੀ ਕਿਸਾਨ ਸੰਗਠਨ ਦੀ ਨਵੀਂ ਰਣਨੀਤੀ ਬਣਾਉਣਗੇ ਤਾਂ ਕਿ ਸਰਕਾਰ ਬਾਤਚੀਤ ਦੇ ਟੇਬਲ ਤੇ ਆਵੇ? ਦੇਖੋ, ਇਹਦੇ ਵਿੱਚ ਅਸੀਂ ਜਿਹੜਾ ਹੈ ਸਵੇਰੇ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਆ, ਅੱਜ ਸਾਡੀ ਪੰਜਾਬ ਦੀ ਸੀ। ਇਹਦੇ ਵਿੱਚ ਅਸੀਂ ਜਿਹੜੀ ਅਗਲੀ ਰਣਨੀਤੀ ਆ, ਜਿਸ ਤਰ੍ਹਾਂ ਕਿ ਪਰਸੋਂ 18 ਤਰੀਕ ਨੂੰ ਜਿਹੜਾ ਅਸੀਂ 4 ਘੰਟੇ ਦਾ ਭਾਰਤ ਵਿੱਚ ਪੂਰੇ ਭਾਰਤ ਵਿੱਚ ਰੇਲਾਂ ਰੋਕਣ ਦੀ ਜਿਹੜੀ ਕਾਲ ਦਿੱਤੀ ਸੀ, ਉਹ ਤੁਸੀਂ ਵੇਖਿਆ ਕਿ ਉਹਦੇ ਵਿੱਚ ਕੇਰਲਾ, ਆਂਧਰਾ, ਤਾਮਿਲ ਤੇ ਪੂਰਾ ਜਿਸ ਤਰ੍ਹਾਂ ਕਿ ਯੂਪੀ ਦੇ ਵਿੱਚ ਤੁਸੀਂ ਵੇਖਿਆ ਕਿ 1200 ਆਦਮੀ ਵੀ ਸਰਕਾਰ ਨੇ ਫੜ ਕੇ ਗ੍ਰਿਫਤਾਰ ਕੀਤਾ ਉਹਨਾਂ ਨੂੰ, ਤੇ ਇਸ ਤਰ੍ਹਾਂ ਕਰ ਰਹੇ ਉਹ ਸਾਨੂੰ ਬਹੁਤ ਵੱਡਾ ਜਿਹੜਾ ਉਹ ਹੁੰਗਾਰਾ ਮਿਲਿਆ। ਇਸ ਤੋਂ ਅਗਲੇ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਜਿਸ ਤਰ੍ਹਾਂ ਕਿ ਅਗਲੇ ਆ ਰਹੇ ਨੇ ਸਾਰੇ, ਉਹ ਕੱਲ੍ਹ ਤੱਕ ਤੁਹਾਡੇ ਆ ਜਾਣਗੇ ਸਾਰਾ। ਮੈਂ ਅੱਜ ਵਿੱਚੋਂ ਪ੍ਰੋਗਰਾਮ ਛੱਡ ਕੇ ਮੀਟਿੰਗ ਚੱਲ ਰਹੀ ਸੀ, ਉਸ ਚੱਲਦੀ ਮੀਟਿੰਗ 'ਚ ਮੈਂ ਆ ਗਿਆ ਤੇ ਉਹ ਪ੍ਰੋਗਰਾਮ ਜਿਹੜੇ ਨੇ ਸਾਡੇ ਲਿਖੇ ਜਾ ਰਹੇ ਨੇ। ਸਵੇਰੇ ਸਾਡੀ ਸੰਯੁਕਤ ਮੋਰਚੇ ਦੀ ਆ, ਅਸੀਂ ਜੋ ਪ੍ਰੋਗਰਾਮ ਦਿੰਦੇ ਆ ਉਹ ਸਾਰਿਆਂ ਦੀ ਸਲਾਹ ਨਾਲ। ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨ ਆ ਰਹੇ, ਕੀ ਕਿਸਾਨ ਸੰਗਠਨ ਉੱਧਰ ਵੀ ਉੱਥੋਂ ਦੇ ਕਿਸਾਨਾਂ ਨੂੰ ਵੀ ਆਪਣੇ ਨਾਲ ਜੋੜ ਰਿਹਾ ਤਾਂ ਕਿ ਭਾਜਪਾ ਦਾ ਵਿਰੋਧ ਕੀਤਾ ਜਾ ਸਕੇ? ਬਿਲਕੁਲ, ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ ਔਰ ਇਹ 'ਤੇ ਅਸੀਂ ਵਿਚਾਰ ਕਰ ਰਹੇ ਹਾਂ ਕਿ ਜਿੱਥੇ ਵੀ ਇਲੈਕਸ਼ਨ ਹੋਣ ਉਹਨਾਂ ਇਲੈਕਸ਼ਨਾਂ ਦੇ ਵਿੱਚ, ਕਿਉਂਕਿ ਸਰਕਾਰ ਨੂੰ ਉਦੋਂ ਹੀ ਦੱਸੇਗਾ ਜਦੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਸਾਡੀ ਜਿਹੜੀ ਰਾਜਨੀਤਿਕ ਤੌਰ ਦੇ ਉੱਤੇ ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਰਹੀ ਆ ਤੇ ਸਾਨੂੰ ਵੋਟ ਬੈਂਕ ਨੂੰ ਜਿਹੜਾ ਉਹ ਫਰਕ ਪਏਗਾ। ਅਸੀਂ ਆਪਣੀ ਗੱਲ ਜਿਹੜੀ ਆ ਉਹ ਪੱਛਮੀ ਬੰਗਾਲ ਦੇ ਵਿੱਚ ਵੀ ਹੋਰ ਵੀ ਜੇ ਕਿਤੇ ਹੋਵੇਗਾ। ਹੁਣ ਤੁਹਾਡੇ ਸਾਹਮਣੇ ਤੁਸੀਂ ਵੇਖੋ ਕਿ ਪੰਜਾਬ ਦੇ ਵਿੱਚ ਹਾਲਾਂਕਿ ਕੋਈ ਇੰਨੀਆਂ ਇਲੈਕਸ਼ਨਾਂ ਵੀ ਵੱਡੀਆਂ ਨਹੀਂ ਹੋਈਆਂ, ਮਿਊਨਿਸਪਲ ਕਮੇਟੀਆਂ ਦੀਆਂ ਸੀ ਜਾਂ ਕੁਝ ਇਲਾਕਾਈ ਕਾਰਪੋਰੇਸ਼ਨ ਦੀਆਂ ਸੀ ਜਿਹੜੇ ਉੱਥੇ ਜਿਹੜੀ ਉਹਨਾਂ ਦੀ ਹਾਰ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਨਾਲ ਹੋਈ ਆ। ਔਰ ਜਿਹੜੇ EV ਮਸ਼ੀਨਾਂ ਦੀ ਵਕਾਲਤ ਕਰਦੇ ਸੀ ਉਹਨਾਂ ਨੂੰ ਖੁਦ ਨੂੰ ਸਰਕਾਰ ਨੂੰ ਇਹ ਗੱਲ BJP ਨੂੰ ਕਹਿਣੀ ਪਈ ਆ ਕਿ EV ਮਸ਼ੀਨਾਂ ਦੇ ਵਿੱਚ ਕੁਝ ਹੋ ਸਕਦਾ।
ਉਹ ਤਾਂ ਹੀ ਕਿਹਾ ਜਦੋਂ ਉਹਨਾਂ ਨੂੰ ਉੱਥੇ ਝਟਕਾ ਲੱਗਿਆ। ਸੋ ਅਸੀਂ ਇੱਥੇ ਵਿਚਾਰ ਕਰ ਰਹੇ ਹਾਂ ਤੇ ਉਮੀਦ ਹੈ ਕਿ ਅਸੀਂ ਪ੍ਰੋਗਰਾਮ ਕਰਾਂਗੇ। ਸਰਸਾ ਜੀ ਬਹੁਤ ਸਾਰੇ ਲੋਕ ਗੁੰਮਸ਼ੁਦਾ ਹੈ 26 ਤੋਂ ਬਾਅਦ, ਔਰ ਤੁਸੀਂ ਉਹਨੂੰ ਲੈ ਰਹੇ ਹੋ, ਉਸ ਮੁੱਦੇ ਨੂੰ, ਉਸ ਮਾਮਲੇ ਨੂੰ ਲੈ ਕੇ ਚੱਲ ਰਹੇ ਹੋ। ਕਿੰਨੇ ਲੋਕ ਹੁਣ ਤੱਕ ਪਤਾ ਲੱਗ ਗਏ ਜਿਹੜੇ ਜੇਲ੍ਹਾਂ 'ਚ ਹੈ ਜਾਂ ਉਹਨਾਂ ਦੇ ਮੁਕੱਦਮੇ ਦਰਜ ਹੈ, ਜਾਂ ਉਸ ਤੋਂ ਇਲਾਵਾ ਵੀ ਕੁਝ ਗੁੰਮਸ਼ੁਦਾ ਲੋਕ ਹੈ? ਜਿਹੜੇ ਜੇਲ੍ਹਾਂ 'ਚ ਨੇ ਉਹ ਤੇ ਸਾਰੀਆਂ ਲਿਸਟਾਂ ਤੁਹਾਡੇ ਸਾਹਮਣੇ ਆ ਹੀ ਗਈਆਂ ਨੇ, ਕੋਈ ਜ਼ਮਾਨਤਾਂ ਹੋ ਗਈਆਂ ਨੇ, ਬਾਕੀ ਹੋ ਰਹੀਆਂ ਨੇ। ਲੇਕਿਨ ਅੱਜ ਮੇਰੇ ਕੋਲੇ ਜਿਹੜੇ ਸੀ ਇਹ ਤੁਸੀਂ ਦੇਖ ਸਕਦੇ ਹੋ ਕਿ ਐਪਲੀਕੇਸ਼ਨ ਆਈ ਹੈ। ਇਹਦੇ ਵਿੱਚ ਹੈਗੇ ਨੇ ਹਰਮੇਸ਼ ਸਿੰਘ ਹੈ ਤੇ ਉਹਨਾਂ ਦੇ 2 ਬੇਟੇ ਨੇ ਔਰ ਇੱਕ ਉਹਨਾਂ ਦੀ ਬੇਟੀ ਹੈ, ਜਿਸ ਤਰ੍ਹਾਂ ਬੇਟਾ ਜੁਗਰਾਜ ਸਿੰਘ, ਹਰੀ ਸਿੰਘ ਤੇ ਹਰਦੀਪ ਕੌਰ ਜਿਹੜੀ ਆ ਉਹ ਬੇਟੀ ਹੈ ਤੇ ਉਹਨਾਂ ਦੀ ਪਤਨੀ ਹੈ ਰਣਜੀਤ ਕੌਰ। ਉਹ ਅੱਜ ਸਾਡੇ ਕੋਲ ਰਿਪੋਰਟ ਆਈ ਕਿ ਉਹ 4 ਜਿਹੜੇ ਨੇ 27 ਤਰੀਕ ਤੋਂ ਅਜੇ ਤੱਕ ਉਹਨਾਂ ਨੂੰ ਘਰ ਉਹਨਾਂ ਦਾ ਤਾਲਮੇਲ ਨਹੀਂ ਹੋਇਆ ਤੇ ਸਾਨੂੰ ਵੀ ਅਜੇ ਤੱਕ ਇਹਦੇ ਬਾਰੇ ਕੋਈ ਪੁਲਿਸ ਨੇ ਜਾਂ ਕਿਤੋਂ ਅਜੇ ਪਤਾ ਨਹੀਂ ਲੱਗਾ। ਇਹ 4 ਦੀ ਅੱਜ ਰਿਪੋਰਟ ਆਈ ਹੈ। ਕਿਹੜੀ ਜਗ੍ਹਾ? ਇਹ ਲੁਧਿਆਣੇ ਤੋਂ ਹੈ ਜੀ ਤੇ ਇਸ ਕਰਕੇ ਇਹ ਜ਼ਿਲ੍ਹੇ ਵੈਸੇ ਅੰਮ੍ਰਿਤਸਰ ਦੇ ਨੇ ਤੇ ਇਹ ਲੁਧਿਆਣੇ ਵੀ ਰਹਿੰਦੇ ਸੀ ਤੇ ਇੱਕ ਦੂਸਰਾ ਜਿਹੜਾ ਰਿਹਾ ਤੇ ਉਹ ਹੁਣ ਸਾਡੇ ਕੋਲ ਅੱਜ ਰਿਪੋਰਟ ਜਿਹੜੀ ਆ ਇਹ ਐਪਲੀਕੇਸ਼ਨ ਜਿਹੜੀ ਆ ਇਹ ਅੱਜ ਹੀ ਸ਼ਮਸ਼ੀਰ ਸਿੰਘ ਵੱਲੋਂ ਜਿਹੜੀ ਆਈ ਆ ਔਰ ਮੈਨੂੰ ਉੱਥੇ ਮਿਲੇ ਵੀ ਸ਼ਮਸ਼ੀਰ ਸਿੰਘ ਤੇ ਅਸੀਂ ਇਹਦੇ ਬਾਰੇ ਹੁਣ ਕਰ ਰਹੇ ਹਾਂ। 4 ਮੈਂਬਰ ਤਾਂ ਇੱਕੇ ਘਰ ਦੇ ਨੇ, 2 ਲੜਕੇ ਨੇ, 1 ਲੜਕੀ ਆ ਔਰ 1 ਉਹਨਾਂ ਦੀ ਮਾਂ। ਇਹ 4 ਬਲਦੇਵ ਜੀ, ਸਰਕਾਰ ਨਾਲ ਤੁਹਾਡੀ ਕਈ ਦੌਰ ਦੀ ਬਾਤਚੀਤ ਸੀ ਕਿ 26 ਜਨਵਰੀ ਦਾ ਜਿਹੜਾ ਜੋ ਵੀ ਕਾਂਡ ਹੋਇਆ, ਪ੍ਰਕਰਨ ਹੋਇਆ, ਉਸ ਤੋਂ ਬਾਅਦ ਤੁਹਾਨੂੰ ਕਿਸਾਨ ਸੰਗਠਨ ਨੂੰ ਇਸ ਤਰ੍ਹਾਂ ਨਹੀਂ ਲੱਗਿਆ ਕਿ ਸਰਕਾਰ ਨੇ ਜਿਹੜੇ ਸੰਸ਼ੋਧਨ ਤੇ ਗੱਲਬਾਤ ਕਰ ਰਹੀ ਸੀ ਕਿ ਜਥੇਬੰਦੀਆਂ ਨੂੰ ਉਹਨਾਂ ਤੇ ਰਾਜੀ ਹੋ ਜਾਣਾ ਚਾਹੀਦਾ ਸੀ? ਦੇਖੋ, ਇੱਕ ਬੜੀ ਹੈਰਾਨਗੀ ਦੀ ਗੱਲ ਹੈ, ਸਰਕਾਰ ਗੌਰਮੈਂਟ ਵੀ ਕਹਿੰਦੀ ਹੈ, ਗੌਰਮੈਂਟ ਦਾ ਮਤਲਬ ਹੈ ਕਿ ਮਿੰਟ ਤੇ ਗੌਰ ਕਰ। ਸਰਕਾਰ ਅਸੀਂ ਕਿਸ ਵਾਸਤੇ ਚੁਣਦੇ ਹਾਂ ਕਿ ਇਹ ਸਰਕਾਰ ਸਾਨੂੰ ਚੰਗਾ ਰਾਜ ਤੇ ਚੰਗਾ ਪ੍ਰਸ਼ਾਸਨ ਦੇਵੇ ਤੇ ਜੇ ਇੰਨੀਆਂ ਵੱਡੀਆਂ ਪਦਵੀਆਂ ਤੇ ਬੈਠ ਕੇ ਜਿਹੜੇ ਬੰਦੇ ਝੂਠ ਬੋਲ ਰਹੇ ਨੇ, ਜਿਸ ਤਰ੍ਹਾਂ ਕਿ ਸਾਡੇ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਤੁਹਾਡੇ ਕੋਲ ਸਾਰਾ ਕੁਝ ਆਉਂਦਾ ਰਿਹਾ ਔਰ ਜਿਹੜੇ ਨਰਿੰਦਰ ਸਿੰਘ ਤੋਮਰ ਨੇ, ਜਿਹੜੇ ਸਾਡੇ ਕ੍ਰਿਸ਼ੀ ਮੰਤਰੀ ਨੇ, ਉਹਨਾਂ ਨੇ ਪ੍ਰੈਸ ਦੇ ਸਾਹਮਣੇ ਇਹ ਗੱਲ ਮੰਨੀ ਕਿ ਸਾਨੂੰ ਇਹ ਜਿਹੜਾ ਵੀ ਅਸੀਂ ਸੰਸ਼ੋਧਨ ਕਰਨ ਨੂੰ ਤਿਆਰ ਹਾਂ। ਪਹਿਲਾਂ ਤੋਂ ਸਾਨੂੰ ਕਿਸਾਨ ਮੰਨਣ ਨੂੰ ਤਿਆਰ ਨਹੀਂ ਸੀ, ਕਦੀ ਸਾਨੂੰ ਕੁਛ ਕਹਿੰਦੇ, ਸਾਨੂੰ ਕਦੀ ਕੁਛ ਕਹਿੰਦੇ ਸੀ। ਉਸ ਤੋਂ ਬਾਅਦ ਕਹਿੰਦੇ ਸੀ ਵੀ ਕਾਨੂੰਨ ਜਿਹੜੇ ਨੇ ਇਹ ਕਿਸਾਨ ਦੇ ਹਿੱਤ ਵਿੱਚ ਨੇ। ਜਿਸ ਦਿਨ 3 ਦਸੰਬਰ ਨੂੰ ਸਾਡੀ ਬੈਠ ਕੇ ਗੱਲਬਾਤ ਹੋਈ ਆ ਤੇ ਉਸ ਦਿਨ ਤੋਂ ਉਹਨਾਂ ਨੇ ਮੰਨਿਆ ਵੀ ਵਾਕਿਆ ਹੀ ਇਹਨਾਂ ਦੇ ਵਿੱਚ ਕਮੀਆਂ ਨੇ ਤੇ ਤੁਸੀਂ ਇਹ 'ਚ ਸੰਸ਼ੋਧਨ ਕਰਾ ਲਓ। ਫਿਰ ਇੱਥੋਂ ਤੱਕ ਵੀ ਉਹਨਾਂ ਕਹਿਤਾ ਵੀ ਸਾਨੂੰ ਤੁਸੀਂ ਖਾਲੀ ਡੱਬਾ ਦੇ ਦਿਓ। ਅੱਜ ਉਹ ਕੇਂਦਰ ਦੇ ਵਿੱਚ ਪਾਰਲੀਮੈਂਟ ਹਾਊਸ, ਰਾਜ ਸਭਾ 'ਚ ਉਹ ਦੋਨੋਂ ਝੂਠ ਬੋਲ ਰਹੇ ਨੇ। ਗ੍ਰਹਿ ਮੰਤਰੀ ਬੋਲ ਰਿਹਾ, ਪ੍ਰਧਾਨ ਮੰਤਰੀ ਵੀ ਬੋਲ ਰਿਹਾ ਔਰ ਆਪਣਾ ਤੋਮਰ ਜੀ ਵੀ ਬੋਲ ਰਹੇ। ਕਿੰਨੀ ਹੈਰਾਨਗੀ ਦੀ ਗੱਲ ਹੈ, ਜਿਨ੍ਹਾਂ ਲੋਕਾਂ ਨੇ ਦੇਸ਼ ਚਲਾਉਣਾ ਔਰ ਪਬਲਿਕ ਦੇ ਸਾਹਮਣੇ ਮੀਟਿੰਗਾਂ ਕਰਕੇ ਸਾਡੇ ਸਾਹਮਣੇ ਮੰਨ ਕੇ, ਪ੍ਰੈਸ ਦੇ ਸਾਹਮਣੇ ਤੁਹਾਡੇ ਮੰਨ ਕੇ ਤੇ ਅੱਜ ਕਹਿੰਦੇ ਆ ਵੀ ਸਾਨੂੰ ਇਹ ਦੱਸ ਹੀ ਨਹੀਂ ਸਕੇ। ਸੋ ਇਹ ਜਿਹੜਾ ਡਾਇਲੌਗ ਚੱਲ ਰਿਹਾ ਹੈ ਜਾਂ ਜਿਹੜੀ ਸੰਸ਼ੋਧਨ ਦੀ ਗੱਲ ਹੈ, ਜਦੋਂ ਉਹ ਕਹਿੰਦੇ ਨੇ ਵੀ ਸਾਨੂੰ ਖਾਲੀ ਡੱਬਾ ਦੇ ਦਿਓ, ਅਸੀਂ ਇੱਕੋ ਗੱਲ ਕੀਤੀ ਸੀ ਵੀ ਖਾਲੀ ਡੱਬੇ ਦਾ ਤੁਸੀਂ ਕੀ ਕਰੋ। ਤੁਸੀਂ ਮੰਨ ਲਿਆ ਕਿ ਇਹ ਕਾਨੂੰਨ ਜਿਹੜੇ ਨੇ ਇਹ ਖੇਤੀ ਵਿਰੋਧੀ ਨੇ ਤੇ ਤੁਸੀਂ ਇਹ ਤੇ ਹੁਣ ਜਿੱਦ ਕਿਉਂ ਕਰਦੇ ਹੋ? ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਕਿਸਾਨ ਦੇ ਹਿੱਤ ਵਿੱਚ ਆ, ਅਸੀਂ ਕਿਹਾ ਕਿ ਕਿਸਾਨ ਦੇ ਹਿੱਤ ਵਿੱਚ ਨਹੀਂ ਤੇ ਤੁਸੀਂ ਮੰਨ ਲਿਆ ਇਹ ਗੱਲ ਨੂੰ ਤੇ ਤੁਸੀਂ ਰੱਖਣੇ ਕਾਹਦੇ ਵਾਸਤੇ ਆ? ਸੋ ਸੰਸ਼ੋਧਨ ਦੀ ਗੱਲ ਤਾਂ ਹੁੰਦੀ ਜੇ ਕਰਦੇ ਆ, ਅਸੀਂ ਤੇ ਇਸ ਗੱਲ ਤੇ ਆ ਕਿ ਇਹ ਕਾਨੂੰਨ ਚਾਹੀਦੇ ਨਹੀਂ, ਇਹ ਕਿਸਾਨ ਦੇ ਹਿੱਤ ਵਿੱਚ ਨਹੀਂ। ਔਰ ਤੁਸੀਂ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਕਿ ਜਿਸ ਤਰ੍ਹਾਂ ਬੇਨਤੀ ਕਰਾਂ ਕਿ ਜੇਕਰ ਸਰਕਾਰੀ ਮੰਡੀਆਂ ਖਤਮ ਹੋ ਗਈਆਂ, ਸਰਕਾਰੀ ਖਰੀਦ ਖਤਮ ਹੋ ਗਈ, ਜੇ FCI ਵਰਗੀਆਂ ਏਜੰਸੀਆਂ ਖਤਮ ਹੋ ਗਈਆਂ, ਇਹਨਾਂ ਨੇ ਅਨਾਜ ਦੀ ਖਰੀਦ ਨਹੀਂ ਕੀਤੀ ਤੇ ਜਿਹੜਾ ਗਰੀਬ ਲੋਕਾਂ ਨੂੰ ਸਸਤੇ ਭਾਅ ਤੇ ਅਨਾਜ ਮਿਲਦਾ ਹੈ ਉਹ ਕੌਣ ਦੇਵੇਗਾ? ਕਿ ਅਬਾਨੀ ਅਡਾਨੀ ਉਹ ਦੇਣਗੇ ਫਿਰ ਲੋਕਾਂ ਨੂੰ? ਸੋ ਇਹ ਜਿੱਥੇ ਕਿਸਾਨ ਮਾਰੂ ਬਿੱਲ ਨੇ, ਕਾਨੂੰਨ ਨੇ, ਉਹਦੇ ਨਾਲ ਨਾਲ ਇਸ ਦੇਸ਼ ਦੇ ਸਾਰੇ ਖਪਤਕਾਰ, ਹੁਣ ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਹ ਦੱਸੋ ਕਿ ਤੁਸੀਂ ਬੱਚੇ ਤੇ ਪਾਲਣੇ, ਜਿਹੜਾ ਖੇਤੀ ਨਹੀਂ ਕਰਦਾ ਉਹ ਅਨਾਜ, ਉਹ ਸਬਜ਼ੀ, ਹੁਣ ਤੁਸੀਂ ਵੇਖਿਆ ਹੋਵੇਗਾ ਕਿ ਅੱਧਾ ਕਿਲੋ ਗੋਭੀ ਜਿਹੜੀ ਮਾਲ ਦੇ ਵਿੱਚੋਂ ਲਈ ਗਈ ਆ ਉੱਤਰਾਖੰਡ 'ਚੋਂ, ਤੁਹਾਡੇ ਸਾਹਮਣੇ ਆਈ ਸਰ, ਬਕਾਇਦਾ ਬਿੱਲ ਵਿਖਾਏ ਗਏ, ਉਹ 5-6 ਰੁਪਏ ਕਿਲੋ ਖਰੀਦ ਕੇ ਤੇ ਮਾਲ ਦੇ ਵਿੱਚੋਂ ਉਹ 300 ਰੁਪਏ ਦੀ ਅੱਧਾ ਕਿਲੋ, ਇਹ ਸਬੂਤ ਤੁਹਾਡੇ ਸਾਹਮਣੇ ਆ ਗਏ। ਔਰ ਜਿਹੜੀ ਕੰਟੈਕਟ ਬੇਸ ਤੇ ਸੀ ਉਹ ਵੀ ਤੁਹਾਡੇ ਸਾਹਮਣੇ, ਉਹ ਸੰਗਾਬਾਦ ਜ਼ਿਲ੍ਹੇ ਦੀਆਂ ਖਬਰਾਂ ਉਹ ਮੈਂ ਤੁਹਾਨੂੰ ਸਾਰੀਆਂ ਜਿਹੜੀਆਂ ਸੀ ਪ੍ਰੈਸ ਨੂੰ ਵਿਖਾਈਆਂ, ਤੁਸੀਂ ਉਹ ਵੇਖੀਆਂ ਹੋਣਗੀਆਂ ਵੀ ਇਹ ਕਿਸ ਤਰ੍ਹਾਂ ਦੇ ਜਿਹੜੇ ਕਾਨੂੰਨ ਨੇ, ਇਹ ਜਿਹੜੇ ਜਿੱਥੇ ਕਿਸਾਨ ਦੇ ਖਿਲਾਫ ਹੈ, ਕਿਸਾਨ ਮਰ ਨੇ,
ਉਹਦੇ ਨਾਲ ਦੇਸ਼ ਦੇ ਸਮੁੱਚੇ ਵਰਗਾਂ ਦੇ ਭਾਰ ਪੈਣਾ, ਸਮੁੱਚੇ ਲੋਕਾਂ ਵਾਸਤੇ ਇਹ ਨੁਕਸਾਨਦੇਹ ਨੇ। ਹਰ ਇੱਕ ਦੀ ਜੇਬ ਦੇ ਉੱਤੇ ਡਾਕਾ ਪੈਣਾ, ਔਰ ਜਿਹੜੇ ਵੀ ਲੋਕ 2 ਵਕਤ ਦੀ ਆਪਣੇ ਪੇਟ ਦੀ ਭੁੱਖ ਮਿਟਾਉਣ ਵਾਸਤੇ ਉਹ ਚਾਹੇ ਕਣਕ ਦੀ ਰੋਟੀ ਖਾਣ ਤੇ ਚਾਹੇ ਉਹ ਚਾਵਲ ਖਾਣ, ਉਹਨਾਂ ਸਾਰਿਆਂ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਨੁਕਸਾਨ ਹੋ ਜਾ ਰਿਹਾ, ਪਰ ਉਹ ਜਿੱਦ ਫੜੀ ਬੈਠੇ ਨੇ। 26 ਤੋਂ ਬਾਅਦ ਜਿਹੜਾ ਅੰਦੋਲਨ ਸੀ ਮਾਂ ਪੰਚਾਇਤਾਂ ਦਾ ਦੌਰ ਸ਼ੁਰੂ ਹੋ ਗਿਆ। ਜਿਹੜੀ ਪਹਿਲਾਂ ਇੱਕ ਪੂਰਾ ਹਮਲਾ ਜਿਹੜਾ ਸੀ ਦਿੱਲੀ ਤੇ ਸੀ, ਉਹ ਹੁਣ ਖਿੰਡਾ ਖਿੰਡਿਆ ਦਾ ਲੱਗਦਾ ਹੈ। ਕੀ ਸਮਝਦੇ ਹੋ ਇਹਦੇ ਨਾਲ ਇਸ ਅੰਦੋਲਨ ਦਾ ਕੀ ਫਾਇਦਾ ਹੋਏਗਾ, ਕੀ ਤੁਹਾਨੂੰ ਲੱਗਦਾ? ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਹਦੇ ਨਾਲ ਅਸੀਂ ਇਹ ਫੈਸਲਾ ਵੀ ਹੁਣ ਕੀਤਾ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਤਾਂ ਅਸੀਂ ਜਿਹੜੀਆਂ ਉਹਨਾਂ ਨੂੰ ਮਹਾ ਪੰਚਾਇਤਾਂ ਕਹਿ ਲਓ ਜਾਂ ਕੁਝ ਵੀ ਕਹਿ ਲਓ, ਜਿਹੜੀਆਂ ਇੱਧਰ ਖਾਪ ਦੀਆਂ ਪੰਚਾਇਤਾਂ ਸਨ, ਇਹਨਾਂ ਦੀਆਂ ਗੱਲ ਜਿਹੜੀ ਹੋਈ ਹੈ, ਉਹ ਅਸੀਂ ਹੁਣ ਥੋੜ੍ਹਾ ਜਿਹਾ ਇਹਦੇ ਵਿੱਚ ਮੀਟਿੰਗ ਦੇ ਵਿੱਚ ਜਿਹੜਾ ਸੀ ਉਹ ਕੰਟਰੋਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਲੋੜ ਨਹੀਂ। ਇਹ ਲੋੜ ਜਿਹੜੀ ਆ ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚੋਂ ਜਾਂ ਯੂਪੀ ਦੇ ਵਿੱਚ ਜਾਂ ਜਿਸ ਤਰ੍ਹਾਂ ਬੰਗਾਲ ਹੈ, ਜਿੱਥੇ ਜਿੱਥੇ ਵੀ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ ਜਾਂ ਜਿੱਥੇ ਅਜੇ ਲੋਕ ਘੱਟ ਜਾਗਰਤ ਹੋਏ ਨੇ, ਉਹਨਾਂ ਨੂੰ ਜਾਗਰਤ ਕਰਨ ਵਾਸਤੇ ਵੱਧ ਤੋਂ ਵੱਧ ਉੱਥੇ ਜਿਹੜਾ ਧਿਆਨ ਦਿੱਤਾ ਜਾਵੇ। ਬਾਕੀ ਜਿੱਥੇ ਜਿੱਥੇ ਹੋ ਰਹੀਆਂ ਨੇ, ਇਸੇ ਕਰਕੇ ਆ ਤੁਹਾਨੂੰ ਪਤਾ ਹੈ ਕਿ ਸਰਸੇ ਦੀਆਂ ਵੀ ਜਿਹੜੀਆਂ ਸੀ ਉਹ ਪਹਿਲਾਂ ਰੱਖੀ ਹੋਈ ਸੀ, ਉਹ ਕੈਂਸਲ ਵੀ ਇਸੇ ਕਰਕੇ ਜਿਹੜੀਆਂ ਨੇ ਉਹ ਹੋਈਆਂ ਨੇ। ਇੱਥੇ ਵਿਚਾਰ ਸਾਡੀ ਚੱਲਦੀ ਆ ਵੀ ਸਾਨੂੰ ਸਭ ਤੋਂ ਜਿਹੜਾ ਵੱਧ ਧਿਆਨ ਜਿਹੜਾ ਉਹ ਫੋਕਸ ਉੱਥੇ ਕਰਨਾ ਚਾਹੀਦਾ ਜਿੱਥੇ ਅਜੇ ਜਾਗਰਤੀ ਘੱਟ ਨਹੀਂ। ਸਾਨੂੰ ਜਾਗਰਤੀ ਕਰਨ ਵਾਸਤੇ ਇਹ ਕੰਮ ਕਰਨਾ ਚਾਹੀਦਾ। ਫਿਰ ਵੀ ਜਿੱਥੇ ਕਰ ਰਹੇ ਆ ਉੱਥੇ ਇਲਾਕੇ ਦੀ ਲੋੜ ਅਨੁਸਾਰ ਤੇ ਫਿਰ ਸੰਯੁਕਤ ਮੋਰਚੇ ਦੇ ਵਿੱਚ ਉਹ ਜਿਹੜਾ ਵਿਚਾਰ ਕਰਕੇ ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਕੀਤਾ ਜਾਏ। ਡਿਊਟੀਆਂ ਲੱਗਾ ਹੁਣ ਜਿਸ ਤਰ੍ਹਾਂ ਸਵੇਰੇ ਅਸੀਂ ਹੁਣ ਗੰਗਾ ਨਗਰ ਜਾ ਰਹੇ ਹਾਂ, ਮੈਂ ਵੀ ਜਾ ਰਿਹਾ ਤੇ ਸਰਦਾਰ ਆਪਣਾ ਜਗਜੀਤ ਸਿੰਘ ਜੀ ਡੱਲੇਵਾਲ ਉਹ ਵੀ ਜਾ ਰਹੇ ਨੇ। ਸਿਰਫ ਜਾਣ ਦਾ ਕਾਰਨ ਕੀ ਹੈ ਕਿ ਉੱਥੇ ਹੁੰਦੇ ਜਿਹੜੇ ਲੋਕਾਂ ਨੇ ਉਹਨਾਂ ਨੇ ਸੱਦਿਆ ਤੇ ਇੱਕ ਤਾਂ ਨਵਨੀਤ ਦੀ ਯਾਦ ਵਿੱਚ ਹੈ, ਦੂਸਰਾ ਉੱਥੋਂ ਦੇ ਲੋਕਾਂ ਦੇ ਵਿੱਚ ਵੀ ਇੱਕ ਜਾਗਰਤੀ ਪੈਦਾ ਕਰਨ ਵਾਸਤੇ ਇਹ ਸਮੇਂ। ਇਸ ਅੰਦੋਲਨ ਵਿੱਚ ਮੀਡੀਆ ਦੀ 2 ਤਰ੍ਹਾਂ ਦੀ ਭੂਮਿਕਾ ਹੈ ਲਗਾਤਾਰ, ਔਰ ਇਸ ਦੀ ਲਕੀਰ ਤਾਂ ਨਹੀਂ ਖਿੱਚੀ ਜਾ ਸਕਦੀ। ਹਰੇਕ ਤਰ੍ਹਾਂ ਦੇ ਮੀਡੀਆ 'ਚ ਹਰ ਤਰ੍ਹਾਂ ਦੇ ਲੋਕ ਨੇ, ਚੰਗੇ ਮਾੜੇ, ਔਰ ਜੇ ਇਲੈਕਟ੍ਰੋਨਿਕ ਵਿੱਚ ਵੀ ਚੰਗੇ ਲੋਕ ਨੇ ਮਾੜੇ ਵੀ ਨੇ, ਔਰ ਹਰ ਸੈਕਸ਼ਨ ਵਿੱਚ ਪ੍ਰਿੰਟ ਵਿੱਚ ਵੀ ਲਾ ਲਓ। ਤੇ ਤੁਸੀਂ ਕੀ ਸਮਝਦੇ ਹੋ ਜਿਹੜਾ ਨੈਸ਼ਨਲ ਮੀਡੀਆ ਜਿਹੜਾ ਜਿਹਨੂੰ ਕਿਹਾ ਜਾ ਸੋ ਕੋਲਡ ਨੈਸ਼ਨਲ ਮੀਡੀਆ ਜਿਹੜਾ ਹੈ, ਉਹਦੀ ਭੂਮਿਕਾ ਬਾਰੇ ਤੁਸੀਂ ਕੀ ਕਹਿਣਾ? ਤੁਹਾਡੇ ਸਾਹਮਣੇ ਜਿੰਨੀ ਵਾਰ ਵੀ ਉਹਨਾਂ ਦਾ ਵਿਰੋਧ ਹੋਇਆ ਪ੍ਰੈਸ ਰਿਪੋਰਟਰਾਂ ਦਾ, ਆਮ ਕਿਸਾਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਵੀ ਉਹਨਾਂ ਦੇ ਵਿੱਚ ਇੱਕ ਰੋਸ ਹੈ, ਗਿਲਾ ਹੈ, ਉਹਨਾਂ ਦੇ ਮਨ ਦੇ ਵਿੱਚ ਇੱਕ ਦਰਦ ਹੈ ਕਿ ਸਾਡਾ ਐਡਾ ਵੱਡਾ ਇਹ ਅੰਦੋਲਨ ਚੱਲ ਰਿਹਾ ਹੈ ਤੇ ਕਿੱਡੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਕਾਨੂੰਨ ਮੰਗਾਂ ਨੇ, ਤੇ ਇਹ 'ਤੇ ਜਿਹੜਾ ਇਹ ਨੈਸ਼ਨਲ ਮੀਡੀਆ ਇਹ ਸਾਨੂੰ ਮਤਲਬ ਕਿ ਗਲਤ ਰੰਗਤ ਦੇ ਰਿਹਾ ਲੋਕਾਂ ਦੇ ਵਿੱਚ, ਤਾਂ ਹੀ ਉਹਨਾਂ ਪੱਤਰਕਾਰਾਂ ਨੂੰ ਵੀ ਰੋਕਿਆ ਜਾ ਰਿਹਾ। ਔਰ ਮੈਂ ਤੁਹਾਡੇ ਸਾਹਮਣੇ ਇੱਕ ਪਹਿਲਾਂ ਤਾਂ ਆਮ ਗੱਲ ਸੀ, ਆਹ ਤੁਹਾਡੇ ਸਾਹਮਣੇ ਇੱਕ ਐਪਲੀਕੇਸ਼ਨ ਹੈ ਜਿਹੜੀ ਕਿ ਅਸੀਂ ਥਾਣਾ ਕੋਟਲੀ ਵਿੱਚ ਦਿੱਤੀ ਹੈ, ਔਰ ਜੀਓ ਨਿਊਜ਼ ਦੇ ਜਿਹੜੇ ਪ੍ਰੈਸ ਰਿਪੋਰਟਰ ਨੇ ਉਹ ਅਸੀਂ ਮੀਡੀਆ ਦੇ ਸਾਹਮਣੇ ਲਿਆਂਦੇ ਆ। ਉਹ ਕੀ ਕਰ ਰਹੇ ਸੀ ਕਿ ਜਿਸ ਤਰ੍ਹਾਂ ਕਿ ਲੰਗਰ ਜਿੱਥੇ ਚੱਲ ਰਹੇ ਨੇ, ਜਦੋਂ ਲੰਗਰ ਜਿਹੜਾ ਉਹ ਹੁਣ ਜਦੋਂ ਲੰਗਰ ਪਾਣੀ ਛਕ ਰਿਹਾ ਸਵੇਰ ਸ਼ਾਮ ਤੇ ਉਸ ਟਾਈਮ ਦੀਆਂ ਫੋਟੋ ਉਹਨਾਂ ਨੇ ਜਿਹੜੀਆਂ ਸੀ ਉਹ ਲੈਣੀਆਂ, ਫੁਟੇਜ ਲੈ ਕੇ ਤੇ ਉਹ ਦਿਖਾਉਣੀ। ਜਿਹੜਾ ਸਾਡਾ ਹੈਗਾ ਕਾਨਫਰੰਸ ਹਾਲ ਹੈ ਜਿਹੜਾ ਜਿੱਥੇ ਸਾਡੀ ਸਟੇਜ ਹੈ, ਜਿਹੜੀ ਮੁੱਖ ਸਟੇਜ ਹੈ, ਜਿਹੜੀ ਪੰਡਾਲ ਹੈ, ਜਿਹੜਾ ਉਸ ਪੰਡਾਲ ਦੀ ਉਸ ਵਕਤ ਦੀ ਫੋਟੋ ਲੈਣੀ ਕਿ ਜਦੋਂ ਉਹ ਖਾਲੀ ਹੁੰਦਾ, ਸਵੇਰੇ ਸ਼ਾਮ ਤੇ ਇੱਕ ਵਾਰ ਖਾਲੀ ਹੋਣਾ, ਉਹ ਲੈ ਕੇ ਤੇ ਉਹ ਵਿਖਾਈਆਂ ਜਾ ਰਹੀਆਂ ਨੇ। ਕਿ ਇਸ ਤੋਂ ਵੱਡੀ ਦੁੱਖ ਦੀ ਗੱਲ ਉਹਨਾਂ ਨੇ ਚੈਟੀ ਕੀਤੀ ਹੈ ਕਿ ਇਹਦੇ ਵਿੱਚ ਇੱਕ ਦੂਸਰੇ ਨਾਲ ਗੱਲ ਕਰ ਰਹੇ ਨੇ, ਲਿਖਤੀ ਤੌਰ ਦੇ ਉੱਤੇ ਸਬੂਤ ਆ ਗਏ ਨੇ ਕਿ ਤੁਸੀਂ ਜਦੋਂ ਕਾਂਡ ਵਾਪਰ ਜਾਏ ਉਸ ਟਾਈਮ ਦੇ ਉੱਤੇ ਇੱਥੋਂ ਗੁਪਤ ਰਸਤਿਆਂ ਰਾਹੀਂ ਨਿਕਲ ਜਾਣਾ। ਹੁਣ ਕਾਂਡ ਦਾ ਅਰਥ ਤੁਸੀਂ ਸਮਝਦੇ ਹੋ ਕਿ ਕੀ ਹੈ? ਕਾਂਡ ਕਿਸੇ ਨੂੰ ਕੋਈ ਫੁੱਲਾਂ ਦੇ ਹਾਰ ਤਾਂ ਨਹੀਂ ਨਾ ਪਾਏ ਜਾਂਦੇ ਤੇ ਕਿਸੇ ਨੂੰ ਫੁੱਲਾਂ ਦੇ ਹਾਰ ਪਾਏ ਜਾਂਦੇ ਆ। ਕਾਂਡ ਦਾ ਮਤਲਬ ਤਾਂ ਕਾਂਡ ਹੀ ਹੈ ਨਾ। ਉਹ ਕਿਸੇ ਦੇ ਉੱਤੇ ਮਤਲਬ ਕਿ ਜਿਹੜਾ ਗੋਲੀ ਚਲਾਉਣੀ ਜਾਂ ਕੋਈ ਕਿਸੇ ਚੀਜ਼ ਨੂੰ ਅੱਗ ਲਾਉਣੀ ਜਾਂ ਕੋਈ ਹੋਰ ਉੱਥੇ ਕੋਈ ਐਸੀ ਸ਼ਰਾਰਤ ਕਰਨੀ ਜਿਹਦੇ ਨਾਲ ਲੋਕਾਂ ਦੇ ਵਿੱਚ ਭਗਦੜ ਮੱਚੇ ਤੇ ਲੋਕ ਜਿਹੜੇ ਹੱਬਾ ਦਬੜੀ ਮੱਚੇ ਤੇ ਇੱਕ ਨੁਕਸਾਨ ਜਿਹੜਾ ਪੈਦਾ ਹੋਵੇ ਲੋਕਾਂ 'ਚ ਹਲਚਲ ਪੈਦਾ ਕਰਨ ਵਾਸਤੇ ਤੇ ਅਬੜਾ ਦੌੜੀ ਮਚਾਉਣ ਵਾਸਤੇ, ਉਹਦੇ ਸੰਬੰਧ ਵਿੱਚ ਐਪਲੀਕੇਸ਼ਨ ਵੀ ਦਿੱਤੀ ਆ। ਪਰ ਅਫਸੋਸ ਹੈ, ਔਰ ਫਿਰ ਵੇਖੋ ਤੁਸੀਂ ਉਹ ਪ੍ਰੈਸ ਰਿਪੋਰਟਰ ਇੰਨਾ ਤੇਜ਼ ਤਰਾਰ ਸੀ, ਉਹ ਕਹਿ ਰਿਹਾ ਸੀ ਜੀ ਮੈਨੂੰ ਸੱਟਾਂ ਲੱਗੀਆਂ, ਮੈਨੂੰ ਇਹਨਾਂ ਨੇ ਮਾਰਿਆ ਕੁੱਟਿਆ, ਮੇਰਾ ਫੋਨ ਲੈ ਕੇ ਇਹਨਾਂ ਨੇ ਆਪ ਇੱਥੇ ਚੈਟਿੰਗ ਕੀਤੀ। ਨਾਲ ਜਦੋਂ ਉਹਨੂੰ ਪੁੱਛਿਆ ਗਿਆ ਵੀ ਕਾਂਡ ਲਫ਼ਜ਼, ਕਹਿੰਦਾ ਜੀ ਹਾਂ ਕਾਂਡ ਮੈਂ ਲਫ਼ਜ਼ ਵਰਤਿਆ ਤੇ ਆਇਆ, ਪਰ ਇਹ ਕਾਂਡ ਅਸੀਂ ਉਸ ਵਾਸਤੇ ਵਰਤਿਆ ਸੀ ਕਿ ਜਦੋਂ ਕੁੱਟਮਾਰ ਇਹ ਸਾਡੀ ਉੱਤੇ ਹੋਵੇਗੀ ਤਾਂ ਉਦੋਂ ਭੱਜ ਜਾਣਾ, ਉਹਨੂੰ ਕਾਂਡ ਕਿਹਾ। ਕੋਈ ਗੱਲ ਤਾਂ ਨਹੀਂ ਨਾ ਹੈਗੀ। ਫਿਰ
ਉਹਨਾਂ ਦਾ ਅਸੀਂ ਫਿਰ ਇਹ ਐਪਲੀਕੇਸ਼ਨ ਦੇਣ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਵਾਇਆ। ਮੈਂ ਨਾਲ ਜਾ ਕੇ ਮੈਡੀਕਲ ਕਰਵਾ ਕੇ ਆਇਆ, ਮੇਰੇ ਨਾਲ ਜਸਪ੍ਰੀਤ ਸਿੰਘ ਹੋਰ ਵੀ ਬੰਦੇ ਨੇ। ਅਸੀਂ ਥਾਣੇ ਗਏ, ਐਪਲੀਕੇਸ਼ਨ ਦਿੱਤੀ ਤੇ ਨਾਲ ਇਹ ਗੱਲ ਕਹੀ ਕਿ ਉਹਨਾਂ ਨੇ ਵੀ ਐਪਲੀਕੇਸ਼ਨ ਦਿੱਤੀ, ਸਾਡੀ ਕੁੱਟਮਾਰ ਕੀਤੀ ਹੈ। ਮੈਂ ਕਿਹਾ ਵੀ ਹੁਣੇ ਲਓ, ਇਹਨਾਂ ਦਾ ਕਰਾਓ ਮੈਡੀਕਲ। ਜਦੋਂ ਮੈਡੀਕਲ ਕਰਾਉਣ ਗਏ ਆ ਸੋਨੀਪਤ ਸਰਕਾਰੀ ਹਸਪਤਾਲ ਦੇ ਵਿੱਚ, ਤੇ ਡਾਕਟਰਾਂ ਨੇ ਪੁੱਛਿਆ ਵੀ ਕਿੱਥੇ ਤੁਹਾਡੇ ਚੋਟ ਹੈ, ਕੋਈ ਖਾ ਨਹੀਂ ਸਕੇ, ਨਾਰਮਲ ਬਲਕਿ ਜਿਹੜੀ ਉਹ ਰਿਪੋਰਟ ਹੈ। ਸੋ ਕਿਸ ਤਰੀਕੇ ਦੇ ਨਾਲ ਸਰਕਾਰ ਜਿਹੜੀ ਆ, ਜਿਹਨੂੰ ਨੈਸ਼ਨਲ ਮੀਡੀਆ ਆਮ ਤੌਰ ਤੇ ਮਾਫ ਕਰਨਾ ਕਿਤੇ ਤੁਸੀਂ ਮਹਿਸੂਸ ਨਾ ਕਰਿਓ, ਜਿਹੜੇ ਤੁਸੀਂ ਸੋਸ਼ਲ ਮੀਡੀਆ ਅਸੀਂ ਤੁਹਾਨੂੰ ਸਲੂਟ ਕਰਦੇ, ਉਹ ਚਾਹੇ ਪੰਜਾਬ ਦਾ ਹੈ, ਚਾਹੇ ਹਰਿਆਣੇ ਦਾ ਹੈ, ਬਾਕੀ ਸੂਬਿਆਂ ਦਾ ਵੀ ਉੱਥੇ ਆਇਆ ਹੋਇਆ। ਤੁਹਾਨੂੰ ਸਾਰਿਆਂ ਨੇ, ਤੁਸੀਂ ਇਹ ਸਾਡੇ ਸੰਘਰਸ਼ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜਾ ਸੀ ਤਨਦੇਹੀ ਨਾਲ ਕੰਮ ਕਰਕੇ ਉੱਤੇ ਕੀਤਾ ਹੈ, ਤੇ ਇੱਥੋਂ ਦੀਆਂ ਖਬਰਾਂ ਵੀ ਸਾਰੀਆਂ ਜਿਹੜੀਆਂ ਤੁਸੀਂ ਜਾ ਰਹੇ ਹੋ, ਅਸੀਂ ਤੁਹਾਡਾ ਸਾਰਿਆਂ ਪਰ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ, ਆਮ ਤੌਰ ਤੇ ਇੱਕ ਚਰਚਾ, ਵੈਸੇ ਅਸੀਂ ਗੋਦੀ ਮੀਡੀਆ ਕਹਿ ਕੇ ਰਾਜੀ ਨਹੀਂ, ਪਰ ਉਹਨਾਂ ਦੀ ਕਿਤੇ ਗੋਦੀ ਉਹਨੂੰ ਕਿਹਾ ਜਾਂਦਾ ਜਿਹੜਾ ਮੋਦੀ ਦੀ ਤੇ ਅਮਿਤ ਸ਼ਾਹ ਦੀ ਗੋਦੀ 'ਚ ਬੈਠ ਕੇ ਉਹਨਾਂ ਦਾ ਕੰਮ ਕਰ ਰਿਹਾ, ਇਸ ਕਰਕੇ ਉਹਨਾਂ ਨੂੰ ਕਿਹਾ ਜਾ ਰਿਹਾ। ਉਹਦੀ ਜਿਹੜੀ ਕਾਰਗੁਜ਼ਾਰੀ ਆ ਲਿਖਤੀ ਤੌਰ ਤੇ ਵੀ ਔਰ ਜ਼ਬਾਨੀ ਵੀ ਔਰ ਹਕੀਕਤ ਕੀ ਆ ਉਹ ਤੁਹਾਡੇ ਸਾਰੇ ਸਾਹਮਣੇ ਆ। ਸੋ ਇਸ ਕਰਕੇ ਉਹ ਆਪਣੀ ਜਿਹੜੀ ਕਾਰਗੁਜ਼ਾਰੀ ਆ ਉਹ ਸਰਕਾਰ ਦੇ ਹੀ ਪੱਖ ਦੇ ਵਿੱਚ ਹਰ ਗੱਲ ਜਿਹੜੀ ਆ ਉਹ ਕਰਦੇ। ਆਖਰੀ ਸਵਾਲ ਪੁੱਛੀ ਵੈਸੇ ਮੇਰੇ ਕੋਲ ਬਹੁਤ ਹੈ, ਤੇ ਉਹ ਇਹ ਹੈ ਕਿ ਪਿਛਲੇ 3-4 ਮਹੀਨਿਆਂ ਤੋਂ ਇਹ ਮੂਵਮੈਂਟ ਚੱਲ ਰਹੀ ਹੈ, ਅੰਦੋਲਨ ਚੱਲ ਰਿਹਾ ਔਰ ਸ਼ਹਾਦਤਾਂ ਇੰਨੀਆਂ ਦੇ ਕੇ ਇਸ ਅੰਦੋਲਨ ਨੂੰ ਖੜਾ ਕੀਤਾ। ਹੁਣ ਕੁਝ ਸਿਆਸੀ ਸਿਤਾਰਿਆਂ ਦਾ ਦਿਲ ਕਰਦਾ ਤੁਹਾਡੇ ਉੱਥੇ ਜਾ ਕੇ ਚੱਲੀਏ, ਉਹਨਾਂ ਬਾਰੇ ਕੀ ਖਿਆਲ? ਸਾਡੇ ਕੋਲੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਡੀ ਸਟੇਜ ਤੇ ਕੋਈ ਸਿਆਸੀ ਸਿਤਾਰਾ ਉੱਥੇ ਨਹੀਂ ਆ ਸਕਿਆ। ਜਿਹੜੇ 1-2 ਆਦਮੀ ਗਏ ਨੇ ਉਹ ਸਿਰਫ ਇਸ ਕਰਕੇ ਗਏ ਨੇ, ਕੁਝ ਤਾਂ ਆਪਣੇ ਤੌਰ ਤੇ ਚਲੇ ਗਏ, ਲੇਕਿਨ ਉਹਨਾਂ ਤੇ ਵੀ ਰੋਕ ਜਿਹੜੀ ਆ ਉਹ ਲਾਈ ਗਈ ਆ ਕਿ ਉਹ ਸਟੇਜ ਦੇ ਉੱਤੇ ਆ ਕੇ ਨਹੀਂ ਬੋਲ ਸਕੇਗਾ। ਸੋ ਉੱਥੇ ਸਾਡੇ ਕੋਲ ਇਹ ਰਾਏ ਨਹੀਂ ਹੈਗੀ। ਜਿਨ੍ਹਾਂ ਨੇ ਸਿਆਸਤ ਕਰਨੀ ਉਹਨਾਂ ਨੇ ਕਰੀ ਜਾਣੀ, ਉਹਨਾਂ ਨੇ ਵਿੰਗੇ ਟੇਢੇ ਢੰਗ ਨਾਲ ਕਰਨੀ ਆ। ਮੈਂ ਅੱਜ ਹੀ ਹੁਣ ਆ ਰਿਹਾ ਸਾਂ ਤੇ ਅੱਜ ਉੱਥੇ ਕੋਈ ਨਾਗਪੁਰ ਉੱਥੇ ਰੈਲੀ ਸੀ ਤੇ ਉੱਥੇ ਗਏ ਤੇ ਕੁਝ ਬੰਦੇ ਉੱਥੇ, ਇੱਕ ਆਦਮੀ ਮੈਂ ਨਾਂ ਨਹੀਂ ਲਵਾਂਗਾ, ਉਹ ਰਾਜਨੀਤਿਕ ਤੌਰ ਦੇ ਉੱਤੇ ਕਿਸੇ ਨਾਲ ਜੁੜਿਆ ਹੋਇਆ ਤੇ ਉਹ ਉੱਥੇ ਪਹੁੰਚਾ। ਜਿਨ੍ਹਾਂ ਨੇ ਰਾਜਨੀਤੀ ਕਰਨੀ ਆ ਨਾ, ਉਹ ਤੁਹਾਨੂੰ ਪਤਾ ਵੀ ਜਿਸ ਬੰਦੇ ਨੇ ਜੋ ਕੰਮ ਕਰਨਾ ਉਹਨੇ ਵਿੰਗੇ ਟੇਢੇ ਢੰਗ ਨਾਲ ਕਰਨਾ ਹੀ ਕਰਨਾ। ਪਰ ਸਾਡਾ ਜੋ ਨਿਸ਼ਾਨਾ ਹੈ ਉਹ ਸਾਡੇ ਸਾਹਮਣੇ ਤਾਂ ਇੱਕੋ ਇੱਕ ਨਿਸ਼ਾਨਾ ਹੈ। ਉਹ ਜਿਸ ਤਰ੍ਹਾਂ ਅਰਜਨ ਨੂੰ ਪੁੱਛਿਆ ਸੀ ਵੀ ਤੈਨੂੰ ਮੱਛੀ ਦੀਦੀ ਹੈ, ਉਹਨੇ ਕਿਹਾ ਵੀ ਮੈਨੂੰ ਤਾਂ ਅੱਖ। ਸਾਡੇ ਸਾਹਮਣੇ ਤਾਂ ਖੇਤੀ ਹੈ, ਕ੍ਰਿਸ਼ੀ ਮਤਲਬ ਕਿ ਉਤਪਾਦਨ ਹੈ, ਤੇ ਮਤਲਬ ਕਿ ਇਹ ਜਿਹੜਾ ਸਾਡੇ ਤੇ ਜ਼ਬਰਦਸਤ ਧੱਕੇ ਹੋ ਰਹੇ ਨੇ, ਇਹ ਪੂਰੇ ਸੰਸਾਰ ਦੇ ਲੋਕ ਇਸ ਟਾਈਮ ਤੇ ਜਿਹੜਾ ਉਹ ਸਾਡੇ ਨਾਲ ਆ ਗਏ ਨੇ। ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ। ਹੁਣ ਵੇਖੋ ਯਾਰੋ, ਤੁਸੀਂ ਪ੍ਰੈਸ ਵਾਲੇ ਰਾਤ 10 ਵਜੇ, ਹੁਣ ਤਾਂ 10 ਤੋਂ ਉੱਤੇ ਹੋ ਜਾਣਾ ਟਾਈਮ, ਤੇ ਤੁਸੀਂ 10 ਵਜੇ ਤੱਕ ਮੇਰੇ ਆਡਿਟ ਦੇ ਵਿੱਚ ਬੈਠੇ, ਤੁਹਾਨੂੰ ਪਤਾ ਲੱਗਾ ਵੀ ਆ ਰਿਹਾ, ਤੁਸੀਂ ਇੱਥੇ ਬੈਠੇ ਹੋ, ਕਿੰਨੀ ਤਨਦੇਹੀ ਨਾਲ ਤੁਸੀਂ ਕਰ ਰਹੇ ਹੋ। ਸੋ ਜਿੱਥੇ ਨੈਸ਼ਨਲ ਮੀਡੀਆ, ਜਿਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ, ਉਹ ਕੀ ਕਰ ਰਿਹਾ, ਦੂਸਰੇ ਪਾਸੇ ਤੁਸੀਂ ਕੀ ਕਰ ਰਹੇ ਹੋ, ਇਹ ਕੋਈ ਦੱਸਣ ਦੀ ਲੋੜ ਨਹੀਂ, ਪ੍ਰਤੱਖ ਨੂੰ ਪ੍ਰਮਾਣ ਤੁਹਾਨੂੰ ਸਲੂਟ ਕਰਦੇ। ਧੰਨਵਾਦ ਜੀ।